ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ। ਗੁਰੂ ਨਾਨਕ ਜਿਨ ਸੁਨਿਆ ਪੇਖਿਆ, ਸੇ ਫਿਰ ਗਰਬਾਸਨਾ ਬਰਿਆਰੇ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹਿਲਾ ਦੂਜਾ। ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼। ਇਕ ਨਾ ਭਾਣੈ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਏਵ ਭੇ ਆਖ ਨਾ ਜਾਪਈ, ਜੇ ਕਿਸੈ ਆਨੇ ਰਾਸ। ਨਾਨਕ ਗੁਰਮੁਖ ਜਾਣੀਐ, ਜਾ ਕੋ ਆਪ ਕਰੇ ਪਰਗਾਸ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਪਵਿੱਤਰ ਹਾਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲਿਓ, ਵੱਡੇ ਭਾਗਾਂ ਵਾਲੇ ਹਾਂ ਜੀ। ਸਤਿਗੁਰ ਜੀ ਦੀ ਕਿਰਪਾ ਮਿਹਰਾਮਾਂ ਦੇ ਸਦਕਾ ਪਾਤਸ਼ਾਹ ਦੀ ਹਾਜ਼ੂਰੀ ਵਿੱਚ ਜੁੜ ਕੇ ਸਤ ਸੰਗਤ ਦਾ ਆਨੰਦ ਮਾਣਦੇ ਹਾਂ ਜੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਮੁਬਾਰਕ ਪਵਿੱਤਰ ਬਾਣੀ ਵਿੱਚ 63 ਸ਼ਲੋਕ ਸੁਭਾਈਮਾਨ ਹਨ ਜੀ। ਜਿਸ ਪਾਵਨ ਪਵਿੱਤਰ ਸ਼ਲੋਕ ਦਾ ਪਾਠ ਆਪਾਂ ਨੇ ਸਰਵਣ ਕੀਤਾ ਹੈ ਜੀ। ਇਹ ਸ਼ਲੋਕ ਦੂਸਰੇ ਗੁਰਦੇਵ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਰਾਗ ਆਸਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਮੁਬਾਰਕ ਅੰਗ ਨੰਬਰ 463 ਦੇ ਉੱਤੇ ਸੁਭਾਈਮਾਨ ਹੈ ਜੀ। ਆਓ ਆਪਾਂ ਸਾਰੇ ਰਲ ਮਿਲ ਕੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿਚਾਰ ਆਪਸ ਅੰਦਰ ਕਰ ਸਕੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਇੱਕੇ ਵਾਰ ਕਹਿਣ ਤੇ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਲੋਕ ਆਸਾ ਦੀ ਵਾਰ ਦੇ ਅੰਦਰ ਆਪਾਂ ਸਾਰੇ ਹੀ ਸਰਵਣ ਕਰਦੇ ਹਾਂ ਜੀ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਜਗਤ ਦੀ ਰਚਨਾ ਦਾ ਜ਼ਿਕਰ ਕੀਤਾ ਹੈ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਰੰਭਤਾ ਵਿੱਚ ਬਚਨ ਕੀਤਾ, ਇਹ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਬੇਨਤੀ ਕਰਾਂ, ਨਿਰੰਕਾਰ ਅਕਾਲ ਪੁਰਖ ਪ੍ਰਮਾਤਮਾ ਸਦੀਵੀ ਕਾਲ ਵਾਸਤੇ ਰਹਿਣ ਵਾਲਾ ਹੈ। ਉਸ ਦੀ ਹਸਤੀ ਦੇ ਅੰਦਰ ਰਤਾ ਮਾਤਰ ਕੋਈ ਘਾਟ ਜਾਂ ਬਾਦ ਕਦੀ ਹੋ ਨਹੀਂ ਸਕਦੀ।
ਉਸ ਦੀ ਹਸਤੀ ਜੋ ਹੈ ਉਹ ਮੁਕੰਮਲ ਸੱਚ ਹੈ ਅਤੇ ਅਕਾਲ ਪੁਰਖ ਪ੍ਰਮਾਤਮਾ ਜਿੱਥੇ ਸੱਚ ਹੈ ਉੱਥੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦੀ ਕੋਠੀ ਵੀ ਸੱਚੀ ਹੈ, ਉਹਦਾ ਘਰ ਵੀ ਸੱਚਾ ਹੈ। ਉਹ ਸੰਸਾਰ ਦੇ ਹਰ ਇੱਕ ਜੀਵ ਜੰਤ ਦੇ ਅੰਦਰ ਵਸਦਾ ਹੈ, ਉਹ ਸੰਸਾਰ ਦੇ ਹਰ ਇੱਕ ਕੋਨੇ ਦੇ ਅੰਦਰ ਮੌਜੂਦ ਹੈ। ਸੱਚੇ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ, ਮਾਲਕ ਜਿੱਥੇ ਆਪ ਸੱਚਾ ਹੈ ਉਹਦੀ ਬਣਾਈ ਕਾਇਨਾਤ ਸੱਚੀ ਹੈ। ਸੰਸਾਰ ਦੇ ਜੀਵਾਂ ਦੇ ਅੰਦਰ ਪ੍ਰਮਾਤਮਾ ਵਾਹਿਗੁਰੂ ਦੀ ਹਸਤੀ ਸਦਾ ਵਾਸਤੇ ਬਰਕਰਾਰ ਰਹਿੰਦੀ ਹੈ ਜੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ 'ਚ ਜਦੋਂ ਆਪਾਂ ਮੂਲ ਮੰਤਰ ਦਾ ਪਾਠ ਕਰੀਏ, ਵੈਸੇ ਆਪਾਂ ਸਾਰੇ ਜਾਣਦੇ ਹਾਂ ਕਿ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ, ਪਰ ਕੁਝ ਸੰਸਥਾਵਾਂ, ਕੁਝ ਸੰਪਰਦਾਵਾਂ, ਕੁਝ ਦੇਹਧਾਰੀ ਬਾਬਿਆਂ ਦੇ ਵੱਲੋਂ ਇਹ ਪ੍ਰਚਾਰ ਵੀ ਕੀਤਾ ਜਾਂਦਾ ਹੈ ਕਿ ਮੂਲ ਮੰਤਰ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੇ ਸਮਾਪਤ ਹੁੰਦਾ ਹੈ। ਉਹਨਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ ਕਿ ਜਦੋਂ ਆਪ ਜੀ ਇਹ ਸ਼ਬਦ ਪੜ੍ਹਦੇ ਹੋ ਆਦਿ ਸੱਚ ਵਾਲਾ, ਇਸ ਤੋਂ ਉੱਪਰ ਇੱਕ ਸ਼ਬਦ ਲਿਖਿਆ ਹੈ ਜਪ। ਜਪ ਦਾ ਅਰਥ ਹੈ ਕਿ ਬਾਣੀ ਦਾ ਨਾਮ ਹੈ, ਟਾਈਟਲ ਹੈ ਬਾਣੀ ਦਾ। ਜਪ ਤੋਂ ਭਾਵ ਕਿ ਅੱਗੇ ਜਪ ਦੀ ਬਾਣੀ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਨੇ ਆਰੰਭ ਕਰ ਦਿੱਤੀ ਹੈ। ਆਪ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚੋਂ ਮੂਲ ਮੰਤਰ ਦਾ ਆਕਾਰ ਵੇਖਣਾ, ਜਿੱਥੇ ਵੀ ਹੈ ਬਹੁਤ ਥਾਵਾਂ ਤੇ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੇ ਸਮਾਪਤ ਹੈ। ਕਈ ਥਾਵਾਂ ਤੇ ਸੰਪੂਰਨ ਆਇਆ, ਕਈ ਥਾਵਾਂ ਤੇ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਆਇਆ ਹੈ। ਗੁਰਪ੍ਰਸਾਦ ਤੇ ਮੂਲ ਮੰਤਰ ਦੀ ਸਮਾਪਤੀ ਹੈ। ਖੈਰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਦੇ ਅੰਦਰ ਵੀ ਕਾਦਰ ਦੇ ਦੁਆਰਾ ਬਣਾਈ ਕੁਦਰਤ ਦਾ ਜ਼ਿਕਰ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਕਰਤਾ ਪੁਰਖ ਹੈ। ਕਰਤਾ ਕਹਿੰਦੇ ਨੇ ਕਰਨਹਾਰ ਨੂੰ। ਪਰਮਾਤਮਾ ਕਦੀ ਵਿਹਲਾ ਨਹੀਂ ਹੋਇਆ ਕਰਦਾ, ਉਹ ਹਮੇਸ਼ਾ ਨਵੇਂ ਤੋਂ ਨਵੀਂ ਕਾਢ ਜਿਹੜੀ ਹੈ ਸੰਸਾਰ ਤੇ ਉਹਦੀ ਮੇਰਾਵਾਂ ਦੇ ਸਦਕਾ ਆਇਆ ਕਰਦੀ ਹੈ। ਜੀਵ ਦੇ ਅੰਦਰ ਨਵਾਂ ਫੁਰਨਾ ਉੱਠਦਾ ਹੈ, ਇਹ ਪਰਮਾਤਮਾ ਵਾਹਿਗੁਰੂ ਦੀ ਆਪਣੀ ਦੇਣ ਹੈ, ਕਿਉਂਕਿ ਪਰਮਾਤਮਾ ਹੈ ਹੀ ਕਰਤਾ ਪੁਰਖ ਹੈ। ਉਹ ਕਦੀ ਵੀ ਵਿਹਲਾ ਨਹੀਂ ਬੈਠਦਾ, ਕਦੀ ਫ੍ਰੀ ਨਹੀਂ ਬੈਠਿਆ ਕਰਦਾ। ਤੇ ਕਮਾਲ ਦੀ ਗੱਲ ਵੇਖੋ, ਉਹ ਪੁਰਖ ਕਹਿੰਦੇ ਨੇ ਰਮੇ ਹੋਏ ਨੇ। ਉਸਨੇ ਸੰਸਾਰ ਬਣਾਇਆ, ਪਦਾਰਥ ਬਣਾਏ ਤੇ ਇਹਨਾਂ ਦੇ ਅੰਦਰ ਆਪਣੇ ਆਪ ਨੂੰ ਸੁਭਾਏਮਾਨ ਕਰ ਦਿੱਤਾ। ਜਿਵੇਂ ਆਪ ਜੀ ਵੇਖਣਾ, ਲੱਕੜ ਹੈ, ਲੱਕੜ ਦੇ ਅੰਦਰ ਪਰਮਾਤਮਾ ਨੇ ਅੱਗ ਵੀ ਪਾ ਦਿੱਤੀ ਹੈ। ਜਿਵੇਂ ਇੱਕ ਘੁਮਿਆਰ ਮਿੱਟੀ ਦਾ ਘੜਾ ਬਣਾਉਂਦਾ ਪਿਆ ਜੇ, ਤੇ ਅੱਜ ਘੁਮਿਆਰ ਕਹਿ ਦੇਵੇ ਕਿ ਸਾਰਾ ਕੁਝ ਮੇਰੇ ਜ਼ਰੀਏ ਮੁਮਕਿਨ ਹੋ ਸਕਿਆ, ਨਹੀਂ। ਜੇ ਪਰਮਾਤਮਾ ਮਿੱਟੀ ਨਾ ਬਣਾਉਂਦਾ ਤੇ ਘੁਮਿਆਰ ਦੀ ਕੀ ਹੈਸੀਅਤ ਸੀ ਕਿ ਉਹ ਘੜਾ ਬਣਾ ਸਕਦਾ ਸੀ। ਜੇ ਪਰਮਾਤਮਾ ਲੋਹਾ ਨਾ ਬਣਾਉਂਦਾ ਤੇ ਚੇਤੇ ਰੱਖਿਆ, ਜੇ ਕਿਸੇ ਦੇ ਕੋਲ ਇੰਨੀ ਤਾਕਤ ਨਹੀਂ ਸੀ, ਕੋਈ ਸਾਈਕਲ ਬਣਾ ਲੈਂਦਾ, ਕੋਈ ਸਾਧਨ ਬਣਾ ਲੈਂਦਾ, ਕੋਈ ਪਲੇਨ ਬਣਾ ਲੈਂਦਾ। ਉਹਨੇ ਲੋਹਾ ਬਣਾਇਆ ਤੇ ਤਾਂ ਹੀ ਤੇ ਕਿਸੇ ਨੇ ਕੋਈ ਘਾੜਤ ਕੜੀ ਨਾ ਜੀ। ਜੇ ਪਰਮਾਤਮਾ ਨੇ ਲੱਕੜ ਬਣਾਈ ਤੇ ਫਰਨੀਚਰ ਅੱਜ ਸਾਡੇ ਘਰਾਂ ਵਿੱਚ ਲੱਕੜ ਦਾ ਪਿਆ ਮੌਜੂਦ ਹੈ, ਤੇ ਮੰਨ ਲਓ ਬੰਦਾ ਹੀ ਨਾ ਪਰਮਾਤਮਾ ਬਣਾਉਂਦਾ, ਇਨਸਾਨ ਹੀ ਨਾ ਬਣਾਉਂਦਾ, ਤੇ ਇਨਸਾਨ ਫਿਰ ਇੰਨਾ ਕੁਝ ਕਿਵੇਂ ਤਿਆਰ ਕਰ ਲੈਂਦਾ। ਕਹਿਣ ਤੋਂ ਭਾਵ ਪਰਮਾਤਮਾ ਕਰਤਾ ਹੈ, ਉਹ ਕਰਨਹਾਰ ਹੈ, ਉਹਨੇ ਕੀਤਾ ਹੈ ਇਹ ਜਗਤ ਦਾ ਤਮਾਸ਼ਾ ਤਿਆਰ। ਇਸ ਜਗਤ ਦੇ ਤਮਾਸ਼ੇ ਦੇ ਅੰਦਰ ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਨੇ ਆਪਣੇ ਆਪ ਨੂੰ ਲੁਪਤ ਕਰ ਲਿਆ, ਆਪਣੇ ਆਪ ਨੂੰ ਵਸਾ ਦਿੱਤਾ ਹੈ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਕਰਨਹਾਰ ਹੈ। ਉਹਨੇ ਸਾਡੀ ਬਾਡੀ ਦਾ ਇਹ ਚਿੱਤਰ ਤਿਆਰ ਕੀਤਾ, ਕਿੱਡਾ ਕਮਾਲ ਦਾ ਚਿੱਤਰ ਤਿਆਰ ਕਰ ਦਿੱਤਾ। ਉਸ ਵਰਗਾ ਕੋਈ ਸਿਆਣਾ ਹੈ ਹੀ ਨਹੀਂ ਸੀਗਾ।
ਉਹਨੇ ਕਿਸੇ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਪੁੱਛਣਾ ਨਹੀਂ ਲਈ, ਕੋਈ ਸਲਾਹ ਨਹੀਂ ਰਹੀ, ਕੋਈ ਮਸ਼ਵਰਾ ਨਹੀਂ ਲਿਆ, ਕਿਉਂਕਿ ਉਹਦੇ ਜਿੰਨਾ ਕੋਈ ਸਿਆਣਾ ਹੈ ਹੀ ਨਹੀਂ ਹੈ ਦੂਸਰਾ। ਉਹ ਆਪ ਹੀ ਬੜਾ ਸੁਗੜ ਸੁਜਾਨੀ ਹੈ। ਉਸ ਨੂੰ ਜਿੱਥੇ ਚੰਗਾ ਲੱਗਾ ਉਸਨੇ ਆਪਣੀ ਮਰਜ਼ੀ ਦੇ ਮੁਤਾਬਕ ਸਿਰ ਲਾਇਆ, ਹੱਥ ਲਾਏ, ਪੈਰ ਲਾਏ, ਸਰੀਰ ਦੇ ਬੋਡੀ ਦੇ ਅੰਗ ਉਹਨੇ ਆਪਣੀ ਮਰਜ਼ੀ ਦੇ ਮੁਤਾਬਕ ਲਾਏ ਤੇ ਕਮਾਲ ਦੀ ਸੁੰਦਰਤਾ ਇਸ ਢਾਂਚੇ ਦੀ ਸੰਸਾਰ ਦੀ ਪ੍ਰਮਾਤਮਾ ਨੇ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਚ ਆਪਾਂ ਸ਼ਬਦ ਪੜ੍ਹਦੇ ਗੁਰੂ ਨਾਨਕ ਸੱਚੇ ਪਿਤਾ ਜੀ ਦਾ। ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਪਰਮਾਤਮਾ ਵਾਹਿਗੁਰੂ ਜੀ ਦੀ ਜਿਹੜੀ ਹਸਤੀ ਹੈ, ਜੋਤ ਉਸ ਦਾ ਨੂਰ ਹੈ, ਕੋਈ ਇੱਕ ਜੀਵ ਦੇ ਅੰਦਰ ਨਹੀਂ। ਪਰਮਾਤਮਾ ਵਾਹਿਗੁਰੂ ਜੀ ਦੀ ਹਸਤੀ ਦਾ ਨੂਰ ਦੁਨੀਆ ਦੇ ਹਰ ਇੱਕ ਜੀਵ ਜੰਤ ਦੇ ਅੰਦਰ ਸੁਭਾਏਮਾਨ ਹੈ। ਆਪ ਜੀ ਸੰਸਾਰ ਦੀ ਰਚਨਾ ਦਾ ਜ਼ਿਕਰ ਸਰਵਣ ਕਰਦੇ ਪਏ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਜ਼ਿਕਰ ਕੀਤਾ। ਬਹੁਤ ਸਾਰੇ ਮਤਾਂ ਨੇ ਆਪਣੀ ਸੋਚ ਦੇ ਮੁਤਾਬਕ ਇਹ ਅਨੁਮਾਨ ਲਗਾਉਣਾ ਚਾਹਿਆ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਇਹ ਬਿਆਨ ਕਰ ਸਕੀਏ ਕਿ ਪਰਮਾਤਮਾ ਵਾਹਿਗੁਰੂ ਜੀ ਨੇ ਸੰਸਾਰ ਕਦੋਂ ਬਣਾਇਆ। ਬਾਬੇ ਨਾਨਕ ਨੇ ਗੱਲ ਆਰੰਭ ਕੀਤੀ ਤੀਰਥ ਤਪ ਦਇਆ ਦਾਨ ਤੋਂ। ਆਪਾਂ ਸ਼ਬਦ ਦੇ ਮੁਤਾਬਕ ਵਿਚਾਰ ਕਰੀਏ ਤੇ ਪਾਤਸ਼ਾਹ ਕਹਿੰਦੇ ਕਵਨ ਸੋ ਵੇਲਾ, ਵਖਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰਤੀ ਮਹਾ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਈਆਂ ਪੰਡਤੀ, ਜੇ ਹੋਵੇ ਲੇਖ ਪੁਰਾਨ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਾਂ ਲੇਖ ਕੁਰਾਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਕਹਿੰਦੇ ਵੱਡੇ ਵੱਡੇ ਪੀਰ ਪੈਗੰਬਰ ਆਪਣੀ ਸੋਚ ਦੇ ਮੁਤਾਬਕ ਜਦੋਂ ਉਹਨਾਂ ਨੇ ਸੋਚਣ ਦਾ ਯਤਨ ਕੀਤਾ ਤਾਂ ਉਹ ਵੀ ਬਿਆਨ ਨਾ ਕਰ ਸਕੇ ਕਿ ਪਰਮਾਤਮਾ ਵਾਹਿਗੁਰੂ ਨੇ ਜਦੋਂ ਸੰਸਾਰ ਬਣਾਇਆ ਉਹ ਕਿਹੜੀ ਥਿਤ ਚੱਲਦੀ ਪਈ ਸੀ, ਕਿਹੜਾ ਮਹੀਨਾ ਚੱਲਦਾ ਪਿਆ ਸੀ, ਜਾਂ ਕਿਹੜੀ ਰੁੱਤ ਚੱਲਦੀ ਪਈ ਸੀ। ਬਾਬੇ ਨਾਨਕ ਨੇ ਸ਼ਬਦ ਸਪਸ਼ਟ ਕੀਤਾ, ਕਹਿਣ ਲੱਗੇ ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕ ਕਉ ਸਾਜੇ, ਆਪੇ ਜਾਣੈ ਸੋਈ। ਬਾਬੇ ਨਾਨਕ ਨੇ ਸ਼ਬਦ ਦੀ ਗੱਲ ਕੀਤੀ। ਵੇਖੋ ਆਪਾਂ ਸ਼ਬਦ ਪੜ੍ਹਨ ਵਕਤ ਥੋੜਾ ਜਿਹਾ ਧਿਆਨ ਜ਼ਰੂਰ ਰੱਖਣਾ ਹੈ, ਕਿਉਂਕਿ ਜੇ ਬਾਣੀ ਦਾ ਸ਼ਬਦ ਸਾਡਾ ਸਪਸ਼ਟ ਹੋਵੇਗਾ ਅਰਥ ਅਸੀਂ ਸਪਸ਼ਟ ਕਰ ਸਕਾਂਗੇ। ਆਪੇ ਜਾਣੈ ਸੋਈ, ਅਸੀਂ ਸ਼ਬਦ ਜਾਣੈ ਨੂੰ ਕਈ ਵਾਰੀ ਜਾਣੇ ਪੜ੍ਹ ਜਾਂਦੇ ਹਾਂ। ਵਿਆਕਰਣ ਦੇ ਮੁਤਾਬਕ ਜਦੋਂ ਅਸੀਂ ਬਾਣੀ ਦੀ ਬਣਤਰ ਵੇਖਦੇ ਹਾਂ ਤੇ ਹਰ ਸ਼ਬਦ ਦੇ ਵਿੱਚੋਂ ਅਨੇਕਾਂ ਪ੍ਰਕਾਰ ਦੇ ਆਪ ਜੀ ਨੂੰ ਅਰਥ ਹੁੰਦੇ ਨਜ਼ਰੀ ਪੈਣਗੇ। ਬਾਬੇ ਨਾਨਕ ਨੇ ਸਮਝਾ ਦਿੱਤਾ ਕਿ ਭਾਈ ਪਰਮਾਤਮਾ ਵਾਹਿਗੁਰੂ ਆਪ ਜਾਣਦਾ ਜੇ ਉਹਦੀ ਕਾਇਨਾਤ ਕਿੰਨੀ ਕੁ ਸੱਚੀ ਹੈ, ਕਿੰਨਾ ਵਕਤ ਰਹਿਣ ਵਾਲੀ ਹੈ, ਉਸ ਦੇ ਮੁਤਾਬਕ ਸੰਸਾਰ ਦੇ ਜੀਵਾਂ ਦਾ ਪ੍ਰਕਾਸ਼ ਹੁੰਦਾ, ਜਨਮ ਹੁੰਦਾ ਹੈ। ਉਸ ਦੇ ਮੁਤਾਬਕ ਸੰਸਾਰ ਦੇ ਜੀਵ ਸੰਸਾਰ ਦੇ ਵਿੱਚੋਂ ਕੂਚ ਕਰ ਜਾਂਦੇ ਨੇ। ਹਸਤੀ ਮਾਲਕ ਦੀ ਹਰ ਜੀਵ ਦੇ ਅੰਦਰ ਲੁਪਤ ਹੈ। ਜਿਵੇਂ ਆਪ ਜੀ ਰਾਗ ਸੋਰਠ ਕੀ ਵਾਰ ਦੇ ਵਿੱਚੋਂ ਮਹੱਲਾ ਚੌਥਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਵਾਰ ਦਾ ਪਾਠ ਕਰਨਾ, ਅਖੀਰਲੀ ਵਾਰ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ। ਮਹਾਰਾਜ ਬਚਨ ਕਰਦੇ, ਕਹਿੰਦੇ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਹੇ ਮੇਰੇ ਕਰਤੇ ਨਿਰੰਕਾਰ ਪਰਿਪੂਰਨ ਪਰਮਾਤਮਾ ਜੀ, ਤੂੰ ਕਰਨਹਾਰ ਵੀ ਹੈ ਤੇ ਕਾਰਨ ਵੀ ਹੈ ਤੇ ਸਮਰੱਥ ਵੀ ਹੈ। ਜੋ ਤੂੰ ਚਾਹੁੰਦਾ ਹੈ ਉਹ ਤੂੰ ਕਰਦਾ ਹੀ ਕਰਦਾ ਹੈ। ਤੇਰੇ ਹੁਕਮ ਨੂੰ, ਤੇਰੀ ਰਜ਼ਾ ਨੂੰ, ਤੇਰੇ ਸ਼ਬਦ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਮੋੜ ਸਕਦੀ। ਬੰਦਾ ਚਾਹਵੇ ਕਿ ਮੈਂ ਰੱਬ ਦੇ ਹੁਕਮ ਨੂੰ ਪਰਵਾਹ ਨਹੀਂ ਕਰਨਾ, ਉਸ ਦੇ ਹੁਕਮ ਨੂੰ ਮੰਨਣਾ ਨਹੀਂ ਹੈ, ਮੈਂ ਉਸ ਦੇ ਹੁਕਮ ਤੋਂ ਬਾਗੀ ਹੋ ਜਾਣਾ ਜਾਂ ਮੁਨਕਰ ਹੋ ਜਾਣਾ ਹੈ। ਹਕੀਕਤ ਇਹ ਵੇ ਕਿ ਬੰਦੇ ਨੂੰ ਪਰਮਾਤਮਾ ਦੇ ਹੁਕਮ ਅੱਗੇ ਸੀਸ ਝੁਕਾਉਣਾ ਹੀ ਪਿਆ ਕਰਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਮਹਾਰਾਜ ਕਹਿੰਦੇ ਜਦੋਂ ਸਮਝ ਆਈ ਤੇ ਪ੍ਰਮਾਤਮਾ ਤੇਰੇ ਤੋਂ ਬਿਨਾ ਫਿਰ ਕਦੀ ਕਿਸੇ ਦੂਜੇ ਤੇ ਟੇਕ ਲਈ ਨਹੀਂ ਹੈ। ਤੁਧ ਆਪੇ ਸ੍ਰਿਸ਼ਟ ਸਿਰਜਿਆ, ਆਪੇ ਫੁਨ ਗੋਈ।
तू कमाल दी बनतर बना देना संसार दी। लोक एक मकान बनाउण वक़्त, दीवार खड़ी करन वक़्त कई महीनिਆਂ ਦਾ ਸਮਾਂ ਲਗਾ ਦਿੰਦੇ ਆ। ਐ ਪ੍ਰਮਾਤਮਾ ਤੂੰ ਐਡਾ ਵੱਡਾ ਸੰਸਾਰ ਦਾ ਢਾਂਚਾ ਬਣਾ ਦਿੱਤਾ। ਜਿਵੇਂ ਬਾਬੇ ਨਾਨਕ ਨੇ ਜਪਜੀ ਸਾਹਿਬ ਚ ਬਚਨ ਕੀਤੇ, ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ओढ़क ओढ़क भालत के वेद कहन कवात। तू एक नहीं लखा पताल बना दिते, लखा आकाश बना दिते आ। पर चेते रखना साध संगत जी, परमात्मा नूं लखा पताल आकाश बनाउण वक़्त कोई महीनिਆਂ ਦਾ ਸਮਾਂ नहीं लगा, कोई दिनां ਦਾ ਸਮਾਂ नहीं लगा। परमात्मा ने एक शब्द के जरिए पल दे अंदर लखा पताल सिरज दिते, लखा आकाश सिरज दिते आ। गुरु अर्जन देव गुरु रामदास साहब पातशाह जी बचन करते, कहते तुद आपे सृष्ट सिरजिया आपे फुन गोई। ये तेरा हुक्म है, एक पल विच एडा वड्डा संसार बनाउणा है, ते चाहे ते एक पल दे अंदर एडे वड्डे संसार दा नाश कर देना है। तेनू संसार बनाउण वक़्त, संसार नूं नाश करन वक़्त कोई बहुता लम्मा समा नहीं लगता। तू पलां दे अंदर की दा की तैयार करके रख देना है। सब इको शब्द वरतदा, जो करे सो होई। वडियाई गुरमुख दे प्रभ, हर पावै सोई। गुरमुख नानक आराध्या, सब आखो धन 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 गुर सोई। धन धन गुरु रामदास साहब सच्चे पातशाह कहते, गुरु दे सन्मुख रहा, गुरु दे चरनी पिया। इन्नी जदों समझ जीवन आउंदी है ते ओ जीव उस गुरु नूं धनता दे योग आखदा है, जिस गुरु ने इन्ना महान ज्ञान बख्श दिता है। धन गुरु रामदास साहब सच्चे पातशाह जी दी पवित्र बाणी दे विचों जदों आपां पाठ करदे आ, आसा राग दे विच ही पातशाह दा शब्द है। आपां रोजाना सोधार रहराज साहब दे अंदर सरवण करदे आ, केवल 2 पंक्तियां दा पाठ करिए। गुरु रामदास साहब पातशाह बचन करदे, कहंदे तुद आपे सृष्ट सब उपाई जी, तुद आपे सिरज सब गोई। हे मेरे मालिका, ये तेरी बनाई कायनात है। तू आप एक पल दे अंदर एडे वड्डे संसार दे ढांचे नूं तैयार कीता है, ते आप एक पल दे अंदर एडे वड्डे संसार दे ढांचे दा खात्मा करने की ताकत रखना है तू। महाराज कहंदे, जन नानक गुण गावै करते के जी, जो सब सै का जान होई। नानक दास उस करते दे गुणां नूं गाउंदा है, जिहड़ा करता सारियां दे दिलां दे अंदर वसदा है ते सारियां दे दिलां दे अंदर दी विचार नूं जाणदा है जी। भगत बाबा नामदेव जी दा आपां एक हुक्मनामा श्री गुरु ग्रंथ साहिब पातशाह दी बाणी विचों पढ़दे हां जी। आपां केवल रहाव दी पंक्ति ते आइए। बाबा नामदेव ने बचन कीता, कहन लगे, कहंदे परमात्मा ये तेरी बनाई कायनात है, तू किस तरह बनाउणा पिया। कहंदे पहल पुरसा बिरा, पुरसा बिरा। धन बाबा नामदेव ने शब्द उच्चारण किया, कहन लगे सब तो पहला अकाल पुरख परमात्मा ने अपने आप नूं तैयार किया है। जिवें शब्द पढ़दे आपां सहभंग मूल मंत्र विच, सहभंग भाव की परमात्मा सर्व शक्तिमान है, उनका आकार अपने आप तो बनया है, उन्होंने कोई बनाउण वाला नहीं। जिवें सीधे जे शब्द आपां पढ़िए, बाबे नानक ने बचन किया, थापिया ना जाए किता ना होए, आपे आप निरंजन सोए। रब किसी दी सिलेक्शन नहीं है, रब किसी ने बनाया नहीं, उन्होंने थापिया नहीं गया, वो अपने आप तो अपने आप का आकार बना के बैठा है। बाबा नामदेव कहते पहल पुरसा बिरा, सब तो पहला परमात्मा वैगुरु आप बनया, अथोन पुरसाद मरा, उस तो बाद परमात्मा वैगुरु जी ने एक कायनात बनाई है। ये दोए कुदरत साजिया दा खेड़ जिहड़ा तमाशा जिहड़ा ये तैयार किया है। असगा अस उसगा हर का बागरा, नाचा पिंदी मैं सागरा रहाओ। बाबा नामदेव जी कहते ये जीव जंत खूह दियां टिंडां दे समान हन, जिहड़े संसार दे अंदर नचिया करदे ने। धन गुरु अमरदास साहब सच्चे पातशाह तो कुर्बान जाइए, सदके जाइए। मालिक जी ने राग रामकली की बाणी आनंद साहब के अंदर
ਪਾਤਸ਼ਾਹ ਜੀ ਬਚਨ ਕਰਦੇ, ਕਹਿੰਦੇ ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ। ਸ਼ਿਵ ਸ਼ਕਤ ਭਾਵ ਕੀ ਜਿਹੜੀ ਇਹ ਪ੍ਰਮਾਤਮਾ ਨੇ ਕਾਇਨਾਤ ਬਣਾਈ ਹੈ, ਕੁਦਰਤ ਸਾਜੀ ਹੈ, ਮਾਇਆ ਤਿਆਰ ਕੀਤੀ ਹੈ, ਇਹ ਪ੍ਰਮਾਤਮਾ ਵਾਹਿਗੁਰੂ ਜੀ ਨੇ ਆਪ ਬਣਾਈ ਤੇ ਇਸ ਵਿੱਚ ਬੈਠਾ ਵੀ ਆਪ ਹੈ ਤੇ ਮਾਇਆ ਦਾ ਹੁਕਮ ਜਿਹੜਾ ਹੈ ਉਹ ਵੀ ਪ੍ਰਮਾਤਮਾ ਦਾ ਆਪਣਾ ਹੁਕਮ ਹੈ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਮਾਲਕ ਆਪਣਾ ਹੁਕਮ ਸਾਰੇ ਜੀਵਾਂ ਦੇ ਉੱਤੇ ਵਰਤਾਉਂਦਾ ਹੈ, ਪਰ ਇਸ ਹੁਕਮ ਦੀ ਸੋਝੀ ਜਿਹੜੀ ਹੈ ਉਹ ਕਿਸੇ ਗੁਰਮੁਖ ਨੂੰ ਗੁਰੂ ਦੇ ਚਰਨਾਂ ਵਿੱਚ ਪੈਣ ਦੇ ਕਰਕੇ ਪ੍ਰਾਪਤ ਹੋਇਆ ਕਰਦੀ ਹੈ। ਤੇ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੈ ਗਿਆ ਉਹਦੇ ਤੇ ਮਾਲਕ ਦੀ ਕਿਰਪਾ ਵਾਪਰੀ। ਫਿਰ ਕਿਹੜੀ ਕਿਰਪਾ ਜੀ? ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਮਾਲਕ ਦੀ ਮਿਹਰਮਤ ਹੋਈ, ਜੀਵਨ ਦੇ ਵਿੱਚੋਂ ਸਾਰੇ ਬੰਧਨ ਤੋੜ ਦਿੱਤੇ ਆ। ਭਾਵ ਮਾਇਆ ਦੇ ਬੰਧਨ ਜਿਹੜੇ ਨੇ ਉਹ ਸਾਰੇ ਟੁੱਟ ਗਏ। ਮਾਇਆ ਦੇ ਹੁਕਮਾਂ ਤੋਂ ਮਨੁੱਖ ਆਜ਼ਾਦ ਹੋਇਆ ਤੇ ਸ਼ਬਦ ਦੇ ਨਾਲ ਮਨੁੱਖ ਦੀ ਸਾਂਝ ਬਣੀ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ, ਇੱਕ ਸੋ ਲਿਵ ਲਾਏ। ਕਹਿ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਪਿਆ, हे ਨਾਨਕ ਉਸ ਪਰਮਾਤਮਾ ਵਾਹਿਗੁਰੂ ਜੀ ਨੇ ਆਪਣੀ ਕਿਰਪਾ ਕਰਕੇ ਇਸ ਸੰਸਾਰ ਦੇ ਢਾਂਚੇ ਨੂੰ ਬਣਾਇਆ ਤੇ ਆਪਣੀ ਕਿਰਪਾ ਦੇ ਨਾਲ ਗੁਰਮੁਖਾਂ ਨੂੰ ਇਸ ਹੁਕਮ ਦੀ ਸੋਝੀ ਜਿਹੜੀ ਹੈ ਉਹ ਬਖਸ਼ਣੀ ਕੀਤੀ ਹੈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਬਚਨ ਕਰਦੇ, ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਐ ਦੁਨੀਆ ਦੇ ਲੋਕੋ ਪਰਮਾਤਮਾ ਵਾਹਿਗੁਰੂ ਸਦਾ ਵਾਸਤੇ ਹੈ ਤੇ ਉਹਦੀ ਬਣਾਈ ਕਾਇਨਾਤ ਵੀ ਸਦਾ ਵਾਸਤੇ ਹੈ। ਉਹਦੀ ਕਾਇਨਾਤ ਨੂੰ ਕੋਈ ਚਾਹ ਕੇ ਵੀ ਖਤਮ ਨਹੀਂ ਕਰ ਸਕਦਾ। ਉਸ ਪਰਮਾਤਮਾ ਦੀ ਹਸਤੀ ਜਿੱਥੇ ਸੱਚੀ ਹੈ ਤੇ ਜਿੱਥੇ ਸੱਚੇ ਨੇ ਰਹਿਣਾ ਹੈ ਉਹਦਾ ਘਰ ਵੀ ਸੱਚਾ ਹੈ। ਫਿਰ ਤੇ ਮਹਾਰਾਜ ਅੱਗੇ ਕਹਿੰਦੇ ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼। ਕਈ ਜੀਵਾਂ ਨੂੰ ਪ੍ਰਮਾਤਮਾ ਆਪਣੇ ਹੁਕਮ ਦੇ ਮੁਤਾਬਕ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਬਚਾਉਂਦਾ ਹੈ, ਵਿਕਾਰਾਂ ਦੇ ਵਿੱਚੋਂ ਬਚਾਉਂਦਾ ਆਪਣੇ ਚਰਨਾਂ ਨਾਲ ਜੁੜ ਕੇ। ਤੇ ਕਈ ਜੀਵ ਐਸੇ ਨੇ ਜਿਹੜੇ ਉਸ ਦੇ ਹੁਕਮ ਤੋਂ ਪਰੇ ਹੋ ਜਾਂਦੇ ਨੇ ਤੇ ਪ੍ਰਮਾਤਮਾ ਆਪਣੇ ਹੁਕਮਾਂ ਦੀ ਸੱਤਾ ਦੇ ਮੁਤਾਬਕ ਉਹਨਾਂ ਜੀਵਾਂ ਨੂੰ ਮਾਇਆ ਦੇ ਅੰਦਰ ਡੁੱਬ ਦਿੰਦਾ ਹੈ। ਜਿਵੇਂ ਬਾਬਾ ਨਾਮਦੇਵ ਜੀ ਬਚਨ ਕਰਦੇ ਪਏ ਨੇ ਆਪਣੀ ਬਾਣੀ 'ਚ, ਉਹ ਕਹਿਣਾ ਕਰਦੇ, ਕਹਿੰਦੇ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ ਬਿਰਲਾ ਬੁੱਝੈ ਕੋਈ। ਬਾਬਾ ਨਾਮਦੇਵ ਨੇ ਬਚਨ ਕੀਤਾ, ਕਹਿੰਦੇ ਦੁਨੀਆ ਦੇ ਲੋਕੋ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹਿਜ ਜੈਸੇ, ਓਤ ਪੋਤ ਪ੍ਰਭ ਸੋਈ। ਇਹ ਰਹਾਉ ਦੀ ਪੰਕਤੀ ਹੈ। ਬਾਬਾ ਨਾਮਦੇਵ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਸਦਾ ਵਾਸਤੇ ਜੇ ਉਹ ਪ੍ਰਮਾਤਮਾ ਵਾਹਿਗੁਰੂ ਮਾਇਆ ਦੇ ਅੰਦਰ ਇੱਕਮਿਕ ਹੋਇਆ ਪਿਆ। ਕਿਵੇਂ? ਜਿਵੇਂ ਇੱਕ ਧਾਗਾ ਸਾਰੇ ਮੋਤੀਆਂ ਨੂੰ ਆਪਣੀ ਮਾਲਾ ਵਿੱਚ ਪਰੋ ਕੇ ਰੱਖਦਾ, ਮਰਿਆਦਾ ਵਿੱਚ ਰੱਖਦਾ ਹੈ, ਇਸੇ ਤਰੀਕੇ ਅਨੁਸਾਰ ਪ੍ਰਮਾਤਮਾ ਵਾਹਿਗੁਰੂ ਜੀ ਨੇ ਇਸ ਸੰਸਾਰ ਦੇ ਜੀਵਾਂ ਨੂੰ ਆਪਣੇ ਵਿੱਚ ਪਰੋ ਕੇ ਰੱਖਿਆ ਹੈ। ਇੱਕ ਨਾ ਉਹਨੂੰ ਹੁਕਮਾਂ ਦੇ ਨਾਲ ਜੋੜ ਲੈਂਦਾ ਹੈ, ਇੱਕ ਨਾ ਹੁਕਮ ਦੇ ਮੁਤਾਬਕ ਆਪਣੇ ਤੋਂ ਪਰੇ ਕਰਕੇ ਮਾਇਆ ਦੇ ਵਿੱਚ ਉਹਨਾਂ ਨੂੰ ਖਚਿਤ ਕਰ ਦਿੰਦਾ ਹੈ, ਉਹਨਾਂ ਦਾ ਖਾਤਮਾ ਕਰ ਦਿੰਦਾ ਹੈ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਕੇ ਬਚਨ ਕਰਦੇ, ਕਹਿੰਦੇ ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਕਈਆਂ ਨੂੰ ਪ੍ਰਮਾਤਮਾ ਨੇ ਆਪਣੇ ਭਾਣੇ ਦੇ ਮੁਤਾਬਕ, ਰਜ਼ਾ ਦੇ ਮੁਤਾਬਕ ਇਸ ਮਾਇਆ ਦੀ ਖੇਡ ਤੋਂ ਬਚਾ ਲਿਆ। ਮਾਇਆ ਦੇ ਬਾਰੇ ਸੋਝੀ ਦੇ ਕੇ, ਗਿਆਨ ਦੇ ਕੇ ਕਈ ਜੀਵਾਂ ਨੂੰ ਮਾਇਆ ਚੋਂ ਬਚਾ ਲਿਆ ਤੇ ਕਈ ਐਸੇ ਜੀਵ ਸੀ ਜਿਹੜੇ ਮਾਇਆ ਦੇ ਅੰਦਰ ਖਚਤ ਹੋ ਗਏ। ਉਸ ਦੀ ਮਾਇਆ ਦੇ ਨਾਲ ਬਹੁਤਾ ਪਿਆਰ ਪਾ ਬੈਠੇ, ਉਸ ਦੀ ਮਾਇਆ ਦੇ ਅੰਦਰ ਆਪਣੇ ਆਪ ਦਾ ਨਾਸ਼ ਕਰ ਗਏ। ਇਹ ਪੇ ਆਖ ਨਾ ਜਾਪਈ, ਜੇ ਕਿਸੇ ਆਣੈ ਰਾਸ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਪਏ ਹਨ, ਇਹ ਗੱਲ ਵੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ, ਕੋਈ ਬਿਆਨ ਹੀ ਨਹੀਂ ਕਰ ਸਕਦਾ। ਉਹ ਚਾਹੇ ਤੇ ਮਾਇਆ ਧਾਰੀ ਨੂੰ ਇੱਕ ਪਲ ਵਿੱਚ ਸੋਝੀ ਦੇ ਕੇ ਧਰਮ ਦੇ ਰਸਤੇ ਤੇ ਤੋਰ ਕੇ ਉਹਦਾ ਬੇੜਾ ਪਾਰ ਕਰ ਦਿੰਦਾ ਹੈ। ਉਹ ਚਾਹੇ ਤੇ ਬੰਦਗੀ ਦੇ ਰਸਤੇ ਤੇ ਤੁਰਨ ਵਾਲੇ ਨੂੰ
ਮਾਇਆ ਦਾ ਭਰਮਾ ਜਾਲ ਦੇ ਕੇ ਮਾਇਆ ਵਿੱਚ ਫਸਾ ਕੇ ਆਪਣੇ ਤੋਂ ਪਲਾਂ ਵਿੱਚ ਦੂਰ ਕਰ ਸਕਦਾ ਹੈ। ਉਹ ਦੂਰ ਹੋਏ ਨੂੰ ਨਜ਼ਦੀਕ ਕਰ ਲੈਂਦਾ ਹੈ, ਨਜ਼ਦੀਕ ਹੋਏ ਨੂੰ ਪਲਾਂ 'ਚ ਦੂਰ ਕਰ ਸਕਦਾ ਹੈ। ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਕਿ ਪਰਮਾਤਮਾ ਨੇ ਕਿਸ ਜੀਵ ਨੂੰ ਆਪਣੇ ਨਾਲ ਜੁੜਨਾ ਹੈ ਤੇ ਕਿਸ ਜੀਵ ਨੂੰ ਆਪਣੇ ਤੋਂ ਪਰੇ ਕਰਨਾ ਹੈ। ਨਾਨਕ ਗੁਰਮੁਖ ਜਾਣੀ ਹੈ, ਜਾ ਕੋ ਆਪ ਕਰੇ ਪ੍ਰਗਾਸ਼। ਅਖੀਰਲੀ ਪੰਕਤੀ ਹੈ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਬਚਨ ਕਰਦੇ, ਕਹਿੰਦੇ ਹੈ ਨਾਨਕ ਵਡਭਾਗੀ ਮਨੁੱਖ ਗੁਰੂ ਦੇ ਨਾਲ ਜੁੜ ਕੇ ਇਹ ਚਾਨਣ ਪਾ ਲੈਂਦਾ ਹੈ ਕਿ ਜਿਹੜਾ ਗੁਰੂ ਸਾਹਿਬ ਦੀ ਦਰਗਾਹ ਵਿੱਚ ਪ੍ਰਵਾਨ ਹੋਣਾ ਹੈ ਉਹ ਮਨੁੱਖ ਕੌਣ ਹੈ। ਗੁਰੂ ਸਾਹਿਬ ਦੇ ਨਾਲ ਜੁੜਿਆਂ ਪਤਾ ਲੱਗਦਾ ਕਿ ਮੇਰਾ ਜੀਵਨ ਮਾਇਆ ਦੇ ਰੰਗ ਵਿੱਚ ਰੰਗਿਆ ਹੈ ਜਾਂ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਬੰਦਗੀ ਦੇ ਰੰਗ ਵਿੱਚ ਰੰਗਿਆ ਹੈ। ਸਤਿਗੁਰ ਕਿਰਪਾ ਕਰਨ, ਮਿਹਰਮਤ ਕਰਨ। ਇਹ ਸੰਸਾਰ ਜਿੱਥੇ ਪਰਮਾਤਮਾ ਵਾਹਿਗੁਰੂ ਜੀ ਦਾ ਬਣਾਇਆ ਆਪਣਾ ਘਰ ਹੈ, ਇਹ ਸੰਸਾਰ ਵਿੱਚ ਮਾਲਕ ਦਾ ਵਾਸਾ ਹੈ। ਸਾਨੂੰ ਇਹ ਸੋਝੀ ਪ੍ਰਾਪਤ ਹੋ ਜਾਵੇ ਕਿ ਸਭ ਥਾਵਾਂ ਤੇ ਮਾਲਕ ਹੈ। ਇਹ ਬਣਾਈ ਖੇਡ ਉਸ ਮਾਲਕ ਦੀ ਹੈ ਤੇ ਆਪਾਂ ਸਾਰੇ ਜੀਵਾਂ ਨੂੰ ਇੱਕਮਿਕ ਜਾਣੀਏ, ਪਿਆਰ ਕਰੀਏ, ਸਭ ਜੀਵਾਂ ਦੇ ਵਿੱਚੋਂ ਮਾਲਕ ਦੀ ਹਸਤੀ ਨੂੰ ਵੇਖੀਏ ਤਾਂ ਕਿ ਸਾਡੇ ਸਾਰਿਆਂ ਦੇ ਉਦਾਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਸ਼ਿਤਨੀਆਂ ਬਿਨਤੀਆਂ ਪ੍ਰਵਾਨ ਜੀ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।